ਆਪਣੇ ਘਰ ਪਰਿਵਾਰ ਵਿੱਚ ਸੁਖੀ ਸਾਂਦੀ ਵਸਦੇ ਸਭ ਭੈਣ ਭਾਈਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਸੁਗੜ ਵਿਚਾਰ ਪ੍ਰੋਗਰਾਮ ਵਿੱਚ ਮੇਰੇ ਜੋ ਬੋਲਣ ਦਾ ਪਹਿਲੂ ਹੈ ਉਹ ਹੈ ਕੀ ਹੈ ਤਕਰਾਰ ਦੀ ਵਜ੍ਹਾ। ਸੋ ਆਪਣੇ ਇਸ ਪਹਿਲੂ ਦੇ ਵਿਸਥਾਰ 'ਚ ਅੱਗੇ ਵਧਣ ਤੋਂ ਪਹਿਲਾਂ ਮੈਂ ਆਪ ਸਭ ਨਾਲ ਕੁਝ ਸਤਰਾਂ ਸਾਂਝੀਆਂ ਕਰਨ ਲੱਗੀ ਹਾਂ। ਕੋਈ ਵਿਰਲਾ ਹੀ ਸਕਾ ਹਿੱਤ ਪਛਾਣੇ, ਢਿੱਡ ਦੀ ਗੱਲ ਕੋਈ ਵਿਰਲਾ ਹੀ ਜਾਣੇ। ਗੰਢ ਖੋਲ ਕੇ ਲਫ਼ਜ਼ਾਂ ਦੀ ਕੋਈ ਹੀ ਵਿਚਲੀ ਸਮਝ ਸਿਆਣੇ। ਜੋ ਬਿਨਾਂ ਵਜ੍ਹਾ ਤਕਰਾਰ ਸਹੇੜਨ ਅਮਨ, ਉਹ ਮੱਤੋਂ ਹੋਣ ਨਿਆਣੇ। ਕੋਈ ਵਿਰਲਾ ਜੀ ਹੀ ਜੱਗ ਤੇ ਅੱਖਰਾਂ ਦੇ ਰਮਜ਼ੀ ਭੇਦ ਨੂੰ ਮਾਣੇ, ਅੱਖਰਾਂ ਦੇ ਰਮਜ਼ੀ ਭੇਦ ਨੂੰ ਮਾਣੇ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਇਨਸਾਨ ਇਕੱਲੇ ਨਹੀਂ ਰਹਿ ਸਕਦੇ। ਸਾਨੂੰ ਆਪਣੇ ਆਸ-ਪਾਸ ਕੋਈ ਸੰਗੀ ਸਾਥੀ, ਕੋਈ ਭੈਣ ਭਾਈ ਚਾਹੀਦਾ ਹੈ, ਜਿਸ ਦੇ ਨਾਲ ਅਸੀਂ ਵਕਤ ਅਨੁਸਾਰ ਆਪਣੇ ਅੰਦਰ ਦੇ ਹਾਵਾਂ ਭਾਵਾਂ ਨੂੰ, ਆਪਣੇ ਦਿਲੀ ਅਹਿਸਾਸਾਂ ਨੂੰ, ਆਪਣੇ ਮਨ 'ਚੋਂ, ਆਪਣੇ ਸੋਚ 'ਚੋਂ ਉੱਠਦੇ ਵਲਵਲਿਆਂ ਨੂੰ ਸਾਂਝਿਆ ਕਰ ਸਕੀਏ, ਜਿਸ ਦੇ ਨਾਲ ਅਸੀਂ ਆਸ-ਪਾਸ ਦੇ ਸਮਾਜਿਕ ਦਾਇਰੇ 'ਚੋਂ ਇਕੱਠੀ ਕੀਤੀ ਜਾਣਕਾਰੀ ਨੂੰ, ਕੁਝ ਦਿਲਚਸਪ, ਕੁਝ ਮਨ ਘੜਤ ਗੱਲਾਂ ਨੂੰ ਸ਼ੇਅਰ ਕਰ ਸਕੀਏ। ਹੁਣ ਇਹ ਤਮਾਮ ਵਾਰਤਾਲਾਪ ਹੋਣੀ ਹੈ ਸ਼ਬਦਾਂ ਜ਼ਰੀਏ, ਬੋਲਾਂ ਜ਼ਰੀਏ, ਕਿਉਂਕਿ ਇੱਕ ਇਨਸਾਨ ਦੀ ਸੋਚ 'ਚ ਪਈ ਗੱਲ, ਇੱਕ ਇਨਸਾਨ ਦੇ ਮਨ 'ਚੋਂ ਉੱਠੇ ਵਲਵਲੇ ਸ਼ਬਦਾਂ ਦੁਆਰਾ, ਬੋਲਾਂ ਦੁਆਰਾ ਹੀ ਬਾਹਰ ਆਉਂਦੇ ਨੇ ਤੇ ਅਗਲੇ ਦੀ ਸੋਚ ਤੱਕ ਜਾਂਦੇ ਨੇ। ਹੁਣ ਜੇ ਲਿਖਤੀ ਪੜਤੀ ਹਿਸਾਬ ਕਿਤਾਬ ਨਾਲ ਗਿਣੀ ਮਿਥੀ ਗੱਲ ਕਰੀਏ ਤਾਂ ਪ੍ਰੋਸੀਜਰ ਇਹੀ ਹੈ ਕਿ ਸਾਡੇ ਸ਼ਬਦ ਸਾਡੀ ਸਮਝ ਨੂੰ ਅਗਲੇ ਇਨਸਾਨ ਤੱਕ ਲੈ ਕੇ ਜਾਂਦੇ ਨੇ, ਜਿਹਦੇ ਵਿੱਚ ਕੋਈ ਸ਼ੱਕ ਨਹੀਂ, ਜੋ 101% ਸੱਚ ਹੈ। ਪਰ ਜੇ ਰਿਐਲਿਟੀ 'ਚ ਹਕੀਕਤ ਦੀ ਸਰਜ਼ਮੀਂ ਤੇ ਖੜੇ ਹੋ ਕੇ ਗੱਲ ਕਰੀਏ ਤਾਂ ਸਾਡੇ ਬੋਲ, ਸਾਡੇ ਸ਼ਬਦ ਅਗਲੇ ਤੱਕ ਸਾਡੀ ਸਮਝ ਲੈ ਕੇ ਜਾਂਦੇ ਨੇ, ਪਰ ਇਹ ਸੁਨਿਸ਼ਚਿਤ ਨਹੀਂ ਕਰਦੇ ਕਿ ਅਗਲਾ ਇਨਸਾਨ ਸਾਡੇ ਬੋਲਾਂ 'ਚੋਂ, ਸਾਡੇ ਸ਼ਬਦਾਂ 'ਚੋਂ ਸਾਡੀ ਸਮਝ ਨੂੰ ਪਕੜੇਗਾ ਜਾਂ ਨਹੀਂ। ਤੇ ਫਿਰ ਜਦ ਇੱਕ ਇਨਸਾਨ ਦੂਜੇ ਇਨਸਾਨ ਦੇ ਬੋਲਾਂ 'ਚੋਂ ਉਹਦੀ ਸਮਝ ਨੂੰ ਨਹੀਂ ਪਕੜ ਪਾਉਂਦਾ ਤਾਂ ਸ਼ੁਰੂ ਹੁੰਦਾ ਹੈ ਤਕਰਾਰ। ਆਪਣੇ ਰੋਜ਼ਮਰਰਾ ਦੇ ਜੀਵਨ 'ਚ ਵਿਚਰਦਿਆਂ ਅਸੀਂ ਅਕਸਰ ਹੀ ਇੱਕ ਗੱਲ ਨੋਟਿਸ ਕੀਤੀ ਹੋਵੇਗੀ ਕਿ ਕਈ ਵਾਰੀ ਆਪਣੇ ਘਰ ਪਰਿਵਾਰ ਦੇ ਜੀਆਂ ਨਾਲ, ਆਪਣੇ ਸੱਜਣਾ ਮਿੱਤਰਾਂ ਨਾਲ, ਆਪਣੇ ਆਸ-ਪਾਸ ਦੇ ਭੈਣ ਭਾਈਆਂ ਨਾਲ ਅਸੀਂ ਕੋਈ ਗੱਲ ਕਰਦੇ ਹਾਂ ਜੋ ਆਪਣੀ ਸਮਝ ਮੁਤਾਬਕ ਅਸੀਂ ਉਹਨਾਂ ਦਾ ਹਿੱਤ ਸਮਝ ਕੇ ਉਹਨਾਂ ਦੇ ਭਲੇ ਲਈ ਕਰ ਰਹੇ ਹੁੰਦੇ ਹਾਂ, ਪਰ ਉਸ ਹਿੱਤੀ ਗੱਲ ਤੇ ਵੀ, ਉਸ ਭਲੇ ਦੀ ਗੱਲ ਤੇ ਵੀ ਉਹਨਾਂ ਦਾ ਸਾਡੇ ਨਾਲ ਤਕਰਾਰ ਹੋ ਜਾਂਦਾ ਹੈ, ਕਿਉਂਕਿ ਸਾਡੇ ਸ਼ਬਦਾਂ ਪਿਛਲੀ ਉਹ ਸਮਝ, ਸਾਡੇ ਸ਼ਬਦਾਂ ਪਿਛਲਾ ਉਹ ਹਿੱਤੀ ਅਹਿਸਾਸ ਉਹਨਾਂ ਕੋਲੋਂ ਪਕੜ ਨਹੀਂ ਹੋਇਆ। ਉਹਨਾਂ ਜੋ ਪਕੜਿਆ ਉਹ ਸੀ ਸਾਡੇ ਸ਼ਬਦ, ਜਿਨ੍ਹਾਂ ਦਾ ਵਿਸਥਾਰ, ਜਿਨ੍ਹਾਂ 'ਚ ਭਾਵਨਾ, ਜਿਨ੍ਹਾਂ 'ਚ ਅਹਿਸਾਸ ਭਰੇ ਉਹਨਾਂ ਦੀ ਆਪਣੀ ਸਮਝ ਨਹੀਂ। ਕਈ ਵਾਰੀ ਸ਼ਬਦਾਂ ਪਿਛਲੀ ਸਮਝ ਨੂੰ ਨਾ ਪਕੜਨ ਦੇ ਸੂਰਤ ਹਾਲ ਵਿੱਚ ਬੜੇ ਫਸਾਦ ਹੋ ਜਾਂਦੇ ਨੇ, ਘਰ ਪਰਿਵਾਰ ਟੁੱਟ ਜਾਂਦੇ ਨੇ, ਜੀਵਨ ਬਰਬਾਦ ਹੋ ਜਾਂਦੇ ਨੇ। ਜੇ ਵੇਖਿਆ ਜਾਵੇ ਤਾਂ ਇਹ ਸ਼ਬਦੀ ਉਲਝਣ ਸਿਰਫ ਸੰਸਾਰੀ ਜੀਵਨ ਦੇ ਪੱਖ ਤੇ ਨਹੀਂ ਹੈ, ਇਹ ਰੂਹਾਨੀ ਜੀਵਨ ਦੇ ਪੱਖ ਤੇ ਵੀ ਹੈ, ਕਿਉਂਕਿ ਉਹਦੇ ਵਿੱਚ ਵੀ ਅਸੀਂ ਰਹਿਬਰਾਂ, ਭਗਤਾਂ, ਫਕੀਰਾਂ ਦੀਆਂ, ਧਾਰਮਿਕ ਗ੍ਰੰਥਾਂ ਦੀਆਂ ਵਾਕੀਆਂ, ਉੱਚ ਧਾਰਮਿਕ ਸਮਝਾਂ ਨੂੰ ਪਕੜਨ ਦੀ ਬਜਾਏ ਸ਼ਬਦ ਪਕੜ ਕੇ ਬਹਿ ਗਏ ਹਾਂ, ਜਿਸ ਕਰਕੇ ਅਸੀਂ ਅਸਲ ਗਿਆਨ ਤੋਂ ਵਾਂਝੇ ਰਹਿ ਗਏ ਹਾਂ। ਜੋ ਉਹਨਾਂ ਸਾਨੂੰ ਕਿਹਾ, ਜੋ ਉਹਨਾਂ ਸਾਨੂੰ ਸਮਝਾਇਆ, ਅਸੀਂ ਉਹਨੂੰ ਸਮਝਣ ਤੋਂ ਵਾਂਝੇ ਰਹਿ ਗਏ ਹਾਂ। ਮਾਫ ਕਰਨਾ, ਅੱਜ ਸਾਡੀ ਮਾਨਸਿਕ ਦਸ਼ਾ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਅਸੀਂ ਪਵਿੱਤਰ ਗੁਰੂ ਗੁਰਬਾਣੀ 'ਚ ਉਚਾਰਨ ਕੀਤੀ ਉਸ ਪਵਿੱਤਰ ਸਮਝ ਦਾ ਵਿਸਥਾਰ ਬਿਨਾਂ ਉਸ ਉੱਚ ਬੌਧਿਕ ਅਵਸਥਾ ਨੂੰ ਜਾਣਿਆ, ਬਿਨਾਂ ਉਹਨਾਂ ਅਹਿਸਾਸਾਂ ਨੂੰ ਮੰਨਿਆ, ਸ਼ਬਦੀ ਤਲ ਤੇ ਆਪਣੀ ਸਮਝ ਨਾਲ, ਆਪਣੇ ਹਿਸਾਬ ਨਾਲ ਕਰੀ ਤੁਰੀ ਜਾ ਰਹੇ। ਪਵਿੱਤਰ ਗੁਰੂ ਗੁਰਬਾਣੀ 'ਚ ਜਿਹੜਾ ਬੌਧਿਕ ਤੀਬਰਤਾ ਤੱਕ ਪੁੱਜਣ ਦਾ ਸਿਧਾਂਤ ਦਿੱਤਾ ਗਿਆ ਸੀ ਕਿ ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ, ਕਿਤੇ ਨਾ ਕਿਤੇ ਅਸੀਂ ਉਸ ਸਿਧਾਂਤ ਤੋਂ ਹੁੰਜ ਗਏ ਹਾਂ। ਉਹਨਾਂ ਸਾਨੂੰ ਬੁੱਝਣ ਲਈ ਕਿਹਾ ਸੀ ਪਰ ਅਸੀਂ ਨਹੀਂ ਬੁੱਝਿਆ। ਸ਼ਾਇਦ ਤਾਂ ਹੀ ਸਾਥੋਂ ਸ਼ਬਦਾਂ ਪਿਛਲੀ ਸਮਝ ਤੱਕ ਨਹੀਂ ਪਹੁੰਚਿਆ ਗਿਆ, ਸ਼ਾਇਦ ਤਾਂ ਹੀ ਅਸੀਂ ਉਹਨਾਂ ਅਹਿਸਾਸਾਂ ਤੱਕ ਨਹੀਂ ਪਹੁੰਚ ਪਾਏ। ਅਸੀਂ ਨਹੀਂ ਬੁੱਝਿਆ, ਸ਼ਾਇਦ ਤਾਂ ਹੀ ਇਹ ਵੰਡੀਵਾਦੀ ਰੌਲੇ ਨੇ। ਅਸੀਂ ਨਹੀਂ ਬੁੱਝਿਆ, ਸ਼ਾਇਦ ਤਾਂ ਹੀ ਅਸੀਂ ਆਪਣੇ ਜੀਵਨ ਮਕਸਦ ਪ੍ਰਤੀ ਸੰਜੀਦਾ ਨਹੀਂ, ਸ਼ਾਇਦ ਤਾਂ ਹੀ ਸਾਨੂੰ ਇਸ ਭਵ ਸਾਗਰ ਦੀ ਘੁੰਮਣ ਘੇਰੀ ਤੋਂ ਡਰ ਨਹੀਂ ਲੱਗਦਾ, ਸ਼ਾਇਦ ਤਾਂ ਹੀ ਸਾਡੇ ਜੀਵਨ ਵਿੱਚ ਕੋਈ ਬਦਲਾਅ ਨਹੀਂ ਹੈ, ਕਿਉਂਕਿ ਸਤ ਸਰੂਪ, ਸਤਪੁਰਖ, ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੀ ਰਹਿਮਤ ਸਦਕਾ ਜਿਨ੍ਹਾਂ ਦੀ ਸਮਝ ਨੇ ਇਲਾਹੀ ਸਮਝ ਨੂੰ ਪਕੜਿਆ, ਉਹਨਾਂ ਦਾ ਜੀਵਨ ਬਦਲ ਗਿਆ। ਉਹਨਾਂ ਨੂੰ ਉਹਨਾਂ ਦੇ ਜੀਵਨ ਦਾ ਅਸਲ ਮਨੋਰਥ ਮਿਲ ਗਿਆ, ਉਹਨਾਂ ਨੂੰ ਉਹਨਾਂ ਦੀ ਅਸਲ ਮੰਜ਼ਿਲ ਮਿਲ ਗਈ। ਪਰ ਇਹ ਸਭ ਕੁਝ ਹੋਇਆ ਸਮਝ ਦੀ ਬਦੌਲਤ। ਇਸ ਲਈ ਕੋਸ਼ਿਸ਼ ਕਰੀਏ ਆਪਣੀ ਸਮਝ ਨੂੰ ਉੱਚਾ ਚੁੱਕਣ ਦੀ, ਕਿਉਂਕਿ ਸਮਝ ਨੂੰ ਹਮੇਸ਼ਾ ਸਮਝ ਹੀ ਪਕੜਦੀ ਹੈ। ਇਹ ਸ਼ਬਦ, ਇਹ ਬੋਲ ਤਾਂ ਮਹਿਜ਼ ਇੱਕ ਸਾਧਨ ਨੇ ਜਿਨ੍ਹਾਂ ਤੇ ਸਵਾਰ ਹੋ ਕੇ ਸਮਝ ਟਰੈਵਲ ਕਰਦੀ ਹੈ। ਅਸਲ ਕੰਮ ਸਮਝ ਦਾ ਹੈ, ਇਸ ਲਈ ਵੱਲ ਸਿੱਖੀਏ ਸਮਝ ਨੂੰ ਪਕੜਨ ਦਾ। ਸੋ ਅਖੀਰ ਮੈਂ ਇਹੀ ਕਹਾਂਗੀ, ਨਾ ਸ਼ਬਦੀ ਉਲਝਣ ਆਪਾ ਉਲਝਾਈਏ, ਕਰ ਸਮਝ ਨਾ ਸੰਧੀ ਹੋ ਸਿਆਣੀ।
ਸੂਝ ਨਾ ਜੀਵਨ ਮਸਲਾ ਸੁਲਝਾਈਏ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।